ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਰ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਪੰਜਾਬ ਚਰਚਾ ਦੇ ਵਿੱਚ ਅੱਜ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਰਾਜੀਵ ਖੋਸਲਾ, ਜਾਣੇ ਮਾਣੇ ਇਕੋਨੋਮਿਸਟ। ਵੈਲਕਮ ਟੂ ਦ ਸ਼ੋ ਸਰ। ਮਿਹਰਬਾਨੀ ਜੀ। ਰਾਜੀਵ ਜੀ, ਨਵੀਆਂ ਪਾਲਿਸੀਜ਼ ਆ ਰਹੀਆਂ ਨੇ, ਵਾਤਾਵਰਣ ਚੇਂਜ ਹੋ ਰਿਹਾ ਹੈ। 31 ਮਾਰਚ ਤੋਂ ਬਾਅਦ ਬਹੁਤ ਕੁਝ ਲੋਕਾਂ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋ ਰਹੇ ਨੇ। ਸੋ ਸਾਰੀ ਗੇਮ ਤਾਂ ਹੈ ਮੋਨੇਟਰੀ ਪਾਲਿਸੀ ਦੀ। ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਆਡੀਅנס ਦੇ ਪੁਆਇੰਟ ਆਫ ਵਿਊ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਮੋਨੇਟਰੀ ਪਾਲਿਸੀ ਹੈ ਕੀ, ਜਿਹੜੀ ਸਾਡੇ ਸਾਰਿਆਂ ਦੇ ਜੀਵਨ ਨੂੰ ਇਫੈਕਟ ਕਰਦੀ ਹੈ। ਦੇਖੋ ਜੀ, ਇਹ ਦੋ ਪਾਲਿਸੀਜ਼ ਹੁੰਦੀਆਂ ਨੇ ਜਿਹੜੀਆਂ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਦੇ ਨਾਲ ਸਰਕਾਰ ਆਪਣਾ ਕੰਮਕਾਜ ਚਲਾਉਂਦੀ ਹੈ। ਇੱਕ ਹੁੰਦੀ ਹੈ ਮੋਨੇਟਰੀ ਪਾਲਿਸੀ, ਦੂਜੀ ਹੁੰਦੀ ਹੈ ਫਿਸਕਲ ਪਾਲਿਸੀ ਜੀ। ਜਦੋਂ ਅਸੀਂ ਮੋਨੇਟਰੀ ਪਾਲਿਸੀ ਦੀ ਗੱਲ ਕਰਦੇ ਹਾਂ ਤਾਂ ਇਹ ਉਹ ਪਾਲਿਸੀ ਹੈ ਜਿਹੜੀ ਵਿਆਜ ਦੇ ਨਾਲ ਚੱਲਦੀ ਹੈ, ਜਿਹਦੇ ਨਾਲ ਬੈਂਕਾਂ ਜਿਹੜੀਆਂ ਨੇ ਉਹ ਕੰਮਕਾਜ ਕਰਦੀਆਂ ਨੇ। ਦੇਖੋ ਔਰ ਦੂਜੀ ਜਿਹੜੀ ਪਾਲਿਸੀ ਮੈਂ ਇਹਦੀ ਡਿਟੇਲਸ ਚਾਹਨਾ ਜੀ, ਉਸ ਤੋਂ ਪਹਿਲਾਂ ਨਾਲ ਦੂਸਰੀ ਪਾਲਿਸੀ ਦੀ ਵੀ ਗੱਲ ਕਰਨਾ। ਜਿਹੜੀ ਫਿਸਕਲ ਪਾਲਿਸੀ ਹੁੰਦੀ ਹੈ ਉਹਦੇ ਚ ਕੀ ਹੁੰਦਾ ਕਿ ਸਰਕਾਰ ਜਿਹੜੀ ਹੈ ਲੋਕਾਂ ਦੇ ਹੱਥਾਂ ਦੇ ਵਿੱਚ ਕੁਛ ਨਾ ਕੁਛ ਧਰਦੀ ਹੈ। ਜਿੱਦਾਂ ਅਸੀਂ ਗੱਲ ਕਰ ਲਈ 80 ਕਰੋੜ ਲੋਕਾਂ ਨੂੰ 5 ਕਿਲੋ ਰਾਸ਼ਨ ਜਿਹੜਾ ਸਰਕਾਰ ਦੇ ਰਹੀ ਹੈ, ਉਹ ਇੱਕ ਫਿਸਕਲ ਮੈਜਰ ਹੈ, ਉਹਨੂੰ ਫਿਸਕਲ ਪਾਲਿਸੀ ਕਹਿੰਦੇ ਆ। ਵਿੱਤੀ ਆਧਾਰ ਦੇ ਉੱਤੇ ਜਿਹੜੀ ਫਿਸਕਲ ਆਧਾਰ ਦੇ ਉੱਤੇ ਜਿਹੜੇ ਕੰਮ ਕੀਤੇ ਜਾ ਰਹੇ 500 ਰੁਪਇਆ ਪੈਂਡੈਮਿਕ ਵੇਲੇ ਸਰਕਾਰ ਨੇ ਲੋਕਾਂ ਦੇ ਹੱਥਾਂ ਦੇ ਵਿੱਚ ਦਿੱਤਾ ਡਾਇਰੈਕਟਲੀ, ਉਹ ਫਿਸਕਲ ਮੈਜਰ ਸੀ। ਉਹਨੂੰ ਜਿਹੜੀ ਮੈਜਰ ਆਪਾਂ ਜਿਸ ਤਰੀਕੇ ਦੇ ਨਾਲ ਉਹਨੂੰ ਆਪਾਂ ਤੋਲਦੇ ਆ ਉਹਨੂੰ ਕਹਿੰਦੇ ਫਿਸਕਲ ਮੈਜਰਮੈਂਟ। ਜਨਰਲੀ ਹੁੰਦਾ ਕੀ ਹੈ ਕਿ ਫਿਸਕਲ ਮੈਜਰਸ ਜਿਹੜੀਆਂ ਨੇ ਇਹ ਸਮਝ ਆ ਜਾਂਦੀਆਂ ਲੋਕਾਂ ਨੂੰ, ਔਰ ਉਹ ਲੋਕ ਜਿਹੜੇ ਨੇ ਇਹਦਾ ਨਿਰਣਾ ਕਰ ਲੈਂਦੇ ਆ ਵੀ ਇਹ ਠੀਕ ਹੋਇਆ ਜਾਂ ਘੱਟ ਮਿਲਿਆ ਜਾਂ ਜ਼ਿਆਦਾ ਮਿਲਿਆ। ਜਦਕਿ ਜਿਹੜੀਆਂ ਮੋਨੇਟਰੀ ਮੈਜਰਸ ਹੈਗੀਆਂ ਨੇ ਉਹ ਛੇਤੀ ਕਿਤੇ ਸਮਝ ਨਹੀਂ ਆਉਂਦੀਆਂ। ਜਿੱਦਾਂ ਹੁਣ ਆਪਾਂ ਆਮ ਲੋਕਾਂ ਦੇ ਵਾਸਤੇ ਜਿੱਦਾਂ ਇਹ ਸ਼ੋਅ ਕਰ ਰਹੇ ਹਾਂ, ਆਪਾਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਰਹੇ ਹਾਂ, ਦੱਸ ਰਹੇ ਹਾਂ ਕਿ ਮੋਨੇਟਰੀ ਪਾਲਿਸੀ ਦੇ ਵਿੱਚ ਕੀ ਹੋ ਰਿਹਾ, ਕਿਉਂਕਿ ਇਹ ਮੋਨੇਟਰੀ ਮੈਜਰਸ ਜਿਹੜੀਆਂ ਹੁੰਦੀਆਂ ਇਹ ਲੌਂਗ ਟਰਮ ਦੇ ਵਿੱਚ ਇਫੈਕਟ ਕਰਦੀਆਂ। ਇਹਦਾ ਸਿੱਧਾ ਜਿਹੜਾ ਅਸਰ ਹੈ ਲੋਕਾਂ ਦੇ ਨਹੀਂ ਪੈਂਦਾ, ਇਹਦਾ ਅਸਰ ਅਸਿੱਧੇ ਤੌਰ ਤੇ ਪੈਂਦਾ, ਇਨਡਾਇਰੈਕਟ ਇਹਦਾ ਇੰਪੈਕਟ ਆਉਂਦਾ। ਵਿਆਜ ਮਹਿੰਗਾ ਹੋਏਗਾ, ਲੋਕਾਂ ਨੂੰ ਕਰਜ਼ਾ ਮਹਿੰਗਾ ਮਿਲੇਗਾ, ਇਹਦਾ ਇਨਡਾਇਰੈਕਟਲੀ ਫਰਕ ਹੁੰਦਾ। ਮੈਂ ਫਿਰ ਦੁਬਾਰਾ ਦੱਸ ਦਿੰਦਾ ਜੀ, ਜਿੱਦਾਂ ਫਿਸਕਲ ਦੇ ਵਿੱਚ ਮੈਂ ਦੱਸਿਆ ਵੀ ਲੋਕਾਂ ਦੇ ਹੱਥਾਂ ਦੇ ਵਿੱਚ ਡਾਇਰੈਕਟ ਪੈਸਾ ਆਉਣਾ, ਅਸੀਂ ਡਾਇਰੈਕਟਲੀ ਇਹ ਡਿਸਾਈਸਿਵ ਹੋ ਜਾਂਦੇ ਹਾਂ, ਡਿਸੀਜਨ ਲੈ ਲੈਂਦੇ ਹਾਂ ਕਿ ਕਿਆ ਇਹ ਘੱਟ ਪੈਸਾ ਮਿਲਿਆ ਜਾਂ ਵੱਧ ਪੈਸਾ ਮਿਲਿਆ, ਜਾਂ ਸਰਕਾਰ ਨੇ ਠੀਕ ਕੀਤਾ ਜਾਂ ਨਹੀਂ ਕੀਤਾ। ਮੋਨੇਟਰੀ ਦੇ ਵਿੱਚ ਇਦਾਂ ਦੀਆਂ ਟਰਮੀਨੋਲੋਜੀਜ਼ ਯੂਜ਼ ਹੁੰਦੀਆਂ, ਬੈਂਕਾਂ ਨੂੰ ਵਿੱਚ ਇਨਵੋਲਵ ਕਰਕੇ ਅਸੀਂ ਜੀ ਤੁਹਾਨੂੰ ਕਰਜ਼ੇ ਦੇਵਾਂਗੇ, ਸਸਤੇ ਕਰਜ਼ੇ ਦੇਵਾਂਗੇ, ਮਹਿੰਗੇ ਕਰਜ਼ੇ ਦੇਵਾਂਗੇ, ਬੈਂਕ ਰੇਟ, ਰਿਪੋ ਰੇਟ, ਰਿਵਰਸ ਰਿਪੋ ਰੇਟ, ਇਹ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਦਾ ਆਪਾਂ ਅੱਗੇ ਗੱਲ ਵੀ ਕਰਾਂਗੇ। ਲੇਕਿਨ ਸਰਕਾਰਾਂ ਜ਼ਿਆਦਾਤਰ ਮੋਨੇਟਰੀ ਪਾਲਿਸੀ ਯੂਜ਼ ਕਰਦੀਆਂ ਲੋਕਾਂ ਨੂੰ ਉਲਝਾਉਣ ਦੇ ਲਈ। ਇਸ ਤਰੀਕੇ ਦੇ ਨਾਲ ਸਰਕਾਰਾਂ ਜਿਹੜੀਆਂ ਆਪਣਾ ਕੰਮ ਚੱਲਦਾ ਰੱਖਦੀਆਂ ਨੇ ਜੀ। ਫਿਸਕਲ ਪਾਲਿਸੀ ਜਿੱਥੋਂ ਤੱਕ ਮੈਂ ਸਮਝ ਪਾਇਆ ਤੁਹਾਡੀ ਗੱਲਬਾਤ ਤੋਂ, ਜਿਵੇਂ ਇਹ ਗਰੀਬਾਂ ਨੂੰ ਅਸੀਂ ਆਟਾ ਜਾਂ ਦਾਲ ਸਕੀਮ ਦੇ ਵਿੱਚ ਚੀਜ਼ਾਂ ਦਿੰਦੇ ਆ, ਦੈਟ ਇਜ਼ ਫਿਸਕਲ ਪਾਲਿਸੀ। ਐਮ ਆਈ ਰਾਈਟ ਸਰ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੋ ਜਿਹੜੀ ਮੋਨੇਟਰੀ ਪਾਲਿਸੀ ਹੈ, ਤੁਸੀਂ ਕਿਹਾ ਕਿ ਇਹ ਸਰਕਾਰਾਂ ਉਲਝਾਉਂਦੀਆਂ ਨੇ ਲੋਕਾਂ ਨੂੰ, ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਇਹ ਹੈ, ਦੇਖੋ ਜੀ, ਇਹਦੇ ਚ ਕਈ ਸਾਰੇ ਟਰਮਸ ਯੂਜ਼ ਹੁੰਦੇ, ਜਿੱਦਾਂ ਹੁਣ ਸਰਕਾਰ ਨੇ ਟਰਮ ਯੂਜ਼ ਕੀਤੀ ਰਿਪੋ ਰੇਟ। ਰਿਪੋ ਰੇਟ ਕੀ ਚੀਜ਼ ਹੈ? ਰੀਪਰਚੇਜ਼ ਐਗਰੀਮੈਂਟ। ਜਦੋਂ ਬੈਂਕਾਂ ਨੂੰ ਜੇ ਕਰਜ਼ਾ ਰਿਜ਼ਰਵ ਬੈਂਕ ਤੋਂ ਮਹਿੰਗਾ ਮਿਲੇਗਾ, ਮੰਨ ਲਓ ਇੱਕ ਪਾਰਟਿਕੂਲਰ ਦਰ ਦੇ ਉੱਤੇ ਮਿਲਦਾ, ਆਪਾਂ 5% ਦੀ ਹਾਈਪੋਥੈਟੀਕਲੀ ਕੇਸ ਲੈ ਲਈਏ, ਇੱਕ ਮਾਨਤਾ ਦੇ ਤੌਰ ਤੇ ਆਪਾਂ ਲੈ ਲਈਏ ਵੀ 5% ਦੀ ਦਰ ਤੇ ਜਿਹੜੇ ਕਮਰਸ਼ੀਅਲ ਬੈਂਕਸ ਨੇ ਇਹਨਾਂ ਨੂੰ ਕਰਜ਼ਾ ਰਿਜ਼ਰਵ ਬੈਂਕ ਤੋਂ ਮਿਲਿਆ, ਜਾਂ ਰਿਜ਼ਰਵ ਬੈਂਕ ਨੇ ਇਹ ਕਹਿਤਾ ਵੀ 5% ਦੇ ਉੱਤੇ ਮੈਂ ਤੁਹਾਨੂੰ ਕਰਜ਼ਾ ਦਊਂਗਾ ਜੀ। ਹੁਣ ਜਿਹੜਾ ਲੋਕਾਂ ਤੱਕ ਕਰਜ਼ਾ ਪਹੁੰਚੇਗਾ ਉਹ ਤਾਂ 7% ਦੀ ਦਰ ਤੇ ਪਹੁੰਚੇਗਾ, ਕਿਉਂਕਿ ਬੈਂਕ ਨੇ ਆਪ ਵੀ ਤਾਂ ਕੁਝ ਰੱਖਣਾ ਆਪਣੇ EMPLOYEES ਦੇ ਲਈ, ਜਾਂ ਬੈਂਕ ਨੇ ਕੰਮ ਕਰਨਾ ਹੈ, ਜਾਂ ਜਿਹੜਾ ਪਿਛਲਾ ਕਰਜ਼ਾ ਸਰਕਾਰ ਨੂੰ ਮੋੜਨਾ 5% ਦੀ ਦਰ ਤੇ। ਤਾਂ ਇਸ ਤਰੀਕੇ ਦਾ ਇਹਨੂੰ ਰਿਪੋ ਰੇਟ ਕਹਿੰਦੇ ਆ। ਇਦਾਂ ਹੀ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਅੰਦਰ ਮੋਨੇਟਰੀ ਪਾਲਿਸੀ ਦੇ। ਰਿਪੋ ਰੇਟ, ਰਿਵਰਸ ਰਿਪੋ ਰੇਟ, SDF, MSF ਮਾਰਜਨ ਸਟੈਂਡਿੰਗ ਫੈਸਿਲਿਟੀ ਕੀ ਹੁੰਦੀ ਹੈ, ਇਹ ਬਹੁਤ ਸਾਰੀਆਂ ਟਰਮੀਨੋਲੋਜੀਜ਼ ਨੇ। ਇਹ ਲੋਕਾਂ ਤੱਕ ਸਰਕਾਰ ਨਹੀਂ ਪਤਾ ਲੱਗਣ ਦਿੰਦੀ ਵੀ ਸਰਕਾਰ ਕਰਨ ਕੀ ਲੱਗੀ। ਕੰਪਲੈਕਸ ਰੱਖਿਆ ਜਾਂਦਾ ਜਾਣ ਬੁੱਝ ਕੇ ਸਿਸਟਮ ਨੂੰ। ਬਿਲਕੁਲ ਠੀਕ ਹੈ ਜੀ।
ਸੋ ਰਿਜ਼ਰਵ ਬੈਂਕ ਦੀ ਤੁਸੀਂ ਗੱਲ ਕੀਤੀ ਹੈ, ਰੇਟ ਆਫ ਇੰਟਰਸਟ ਦੀ ਤੁਸੀਂ ਗੱਲ ਕੀਤੀ ਹੈ। ਰਿਜ਼ਰਵ ਬੈਂਕ ਦੇ ਜਿਹੜੇ ਗਵਰਨਰ, ਕਿਉਂਕਿ ਉਹੀ ਸਭ ਤੋਂ ਚੀਫ ਹੁੰਦੇ ਨੇ ਰਿਜ਼ਰਵ ਬੈਂਕ ਦੇ ਵਿੱਚ, ਉਹਨਾਂ ਦਾ ਕੀ ਰੋਲ ਰਹਿੰਦਾ ਹੈ ਮੋਨੇਟਰੀ ਪਾਲਿਸੀ ਦੇ ਵਿੱਚ? ਸਾਨੂੰ ਲੱਗਦਾ ਕਿ ਰਿਜ਼ਰਵ ਬੈਂਕ ਦੇ ਗਵਰਨਰ ਇਕੱਲੇ ਹੀ ਇਹ ਕੰਮ ਕਰਦੇ ਨੇ, ਪਰ ਨਹੀਂ, ਉਹਨਾਂ ਦੇ ਨਾਲ ਇੱਕ ਟੀਮ ਹੁੰਦੀ ਹੈ। ਇਹ 6 ਬੰਦਿਆਂ ਦੀ ਇੱਕ ਕਮੇਟੀ ਹੈ ਜਿਹਦਾ ਨਾਮ ਹੈ ਮੋਨੇਟਰੀ ਪਾਲਿਸੀ ਕਮੇਟੀ ਜੀ। ਇਹ 2016 ਤੋਂ ਇਸ ਮੋਨੇਟਰੀ ਪਾਲਿਸੀ ਕਮੇਟੀ ਵਾਲਾ ਜਿਹੜਾ ਕਨਸੈਪਟ ਹੈ ਇਹ ਹੋਂਦ ਦੇ ਵਿੱਚ ਆਇਆ। ਔਰ ਜੋ ਗਵਰਨਰ ਸਨ ਉਹਨਾਂ ਨੇ ਇਹ ਕਨਸੈਪਟ ਨੂੰ ਲੈ ਕੇ ਆਂਦਾ ਸੀ। ਉਸ ਤੋਂ ਪਹਿਲਾਂ ਕੀ ਸੀਗਾ ਕਿ ਇਹਦੇ ਵਿੱਚ ਇਹ ਰਿਜ਼ਰਵ ਬੈਂਕ ਜਿਹੜਾ ਸੀ ਇਹਦੇ ਵਿੱਚ ਇਹਨੂੰ ਪਬਲਿਕ ਫਾਈਨਾਂਸ ਵਾਲੇ ਜਾਂ ਮਿਨਿਸਟਰੀ ਆਫ ਫਾਈਨਾਂਸ ਵਾਲੇ ਇਹ ਗਾਈਡੈਂਸ ਦਿੰਦੇ ਸੀਗੇ। ਫਾਈਨੈਂਸ਼ੀਅਲ ਮਾਰਕੀਟਸ ਵਾਲੇ ਇਹ ਲੋਕ ਗਾਈਡੈਂਸ ਦਿੰਦੇ ਸੀ ਵੀ ਮਹਿੰਗਾ ਕੀਤਾ ਜਾਵੇ ਕਰਜ਼ਾ ਜਾਂ ਮਾਰਕੀਟ ਦੇ ਵਿੱਚ ਕਰਜ਼ੇ ਨੂੰ ਸਸਤਾ ਰੱਖਿਆ ਜਾਵੇ। ਤਾਂ ਪਹਿਲਾਂ ਇਹ ਐਮਪੀਸੀ ਦਾ ਕਨਸੈਪਟ ਨਹੀਂ ਸੀਗਾ, ਲੇਕਿਨ 2016 ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ ਇਹ ਕਨਸੈਪਟ ਆਇਆ। ਇਹਦੇ ਚ ਹੁੰਦਾ ਕੀ ਹੈ, ਹੁਣ ਇਹਦੇ ਚ 6 ਬੰਦਿਆਂ ਦੀ ਇੱਕ ਕਮੇਟੀ ਹੈ, ਮੋਨਟਰੀ ਪਾਲਿਸੀ ਕਮੇਟੀ ਉਹਨੂੰ ਕਹਿੰਦੇ ਆ। ਇਹਦੇ ਚ 3 ਬੰਦੇ ਜਿਹੜੇ ਆ ਰਿਜ਼ਰਵ ਬੈਂਕ ਦੇ ਨੇ ਔਰ 3 ਬੰਦੇ ਜਿਹੜੇ ਨੇ ਇਸ ਦੇ ਵਿੱਚ ਉਹ ਐਕਸਪਰਟਸ ਨੇ, ਉਹ ਮਾਹਰ ਨੇ ਜਿਹੜੇ ਵਿੱਤੀ ਖੇਤਰ ਦੀ ਚੰਗੀ ਨੌਲੇਜ ਰੱਖਦੇ ਨੇ। ਤਾਂ ਇਹ 6 ਬੰਦਿਆਂ ਦੀ ਕਮੇਟੀ ਜਿਹੜੀ ਹੈ ਇਹ ਘੱਟੋ ਘੱਟ 4 ਵਾਰੀ 1 ਸਾਲ ਦੇ ਵਿੱਚ ਮਿਲਦੀ ਹੈ। ਐਤਕੀ ਇਹਨਾਂ ਨੇ ਨਿਰਣਾ ਲਿੱਤਾ ਵੀ ਕਿਉਂਕਿ ਜਿੱਦਾਂ ਤੁਸੀਂ ਜ਼ਾਹਰ ਕੀਤੀ ਹੈ ਗੱਲ ਵੀ 1 ਅਪ੍ਰੈਲ ਤੋਂ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਇਆ, ਇਸ ਕਮੇਟੀ ਨੇ 6 ਵਾਰੀ ਇਸ ਸਾਲ ਦੇ ਵਿੱਚ ਮਿਲਣਾ। ਹਰ 2-2 ਮਹੀਨੇ ਦੇ ਵਕਫੇ ਬਾਅਦ ਇਹ ਮਿਲਦੇ ਨੇ ਔਰ ਉੱਥੇ ਇਹ ਡਿਸਾਈਡ ਕਰਦੇ ਕਿ ਅਸੀਂ ਵਿਆਜ ਨੂੰ ਉੱਪਰ ਰੱਖੀਏ ਜਾਂ ਥੱਲੇ ਰੱਖੀਏ। ਕਿਉਂਕਿ ਲਾਜ਼ਮੀ ਗੱਲ ਹੈ ਜਦੋਂ ਮਾਰਕੀਟ ਦੇ ਵਿੱਚ ਜ਼ਿਆਦਾ ਇਨਫਲੇਸ਼ਨ ਚੱਲ ਰਹੀ ਹੋਏਗੀ, ਜਿਹੜੇ ਪ੍ਰਾਈਸਿਸ ਨੇ, ਜਿਹੜੀ ਮਹਿੰਗਾਈ ਹੈ ਉਹ ਜ਼ਿਆਦਾ ਚੱਲ ਰਹੀ ਹੋਏਗੀ, ਤਾਂ ਇਹ ਪੈਸੇ ਨੂੰ ਵਿਆਜ ਦੇ ਤੌਰ ਤੇ ਲੋਕਾਂ ਤੋਂ ਜਿਹੜਾ ਐਡੀਸ਼ਨਲ ਪੈਸਾ ਲੋਕਾਂ ਦੇ ਹੱਥਾਂ ਦੇ ਵਿੱਚ ਗਿਆ ਹੋਇਆ ਉਸ ਪੈਸੇ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰਨਗੇ। ਉਹ ਕਿੱਦਾਂ ਲੈਂਦੇ ਨੇ? ਇਹ ਵਿਆਜ ਮਹਿੰਗਾ ਕਰ ਦਿੰਦੇ ਨੇ। ਜੇ ਮਹਿੰਗਾਈ ਘੱਟ ਹੈ, ਜਿੱਦਾਂ ਪ੍ਰੋਡਕਸ਼ਨ ਨਹੀਂ ਹੋ ਰਹੀ ਲੋਕਾਂ ਤੱਕ ਤਾਂ ਕਿ ਸਸਤਾ ਵਿਆਜ ਪਹੁੰਚੇ, ਤਾਂ ਇਹ ਰਿਜ਼ਰਵ ਬੈਂਕ ਆਫ ਇੰਡੀਆ ਉਸ ਨੂੰ ਰੇਟ ਆਫ ਇੰਟਰਸਟ ਨੂੰ ਘਟਾ ਦਿੰਦਾ। ਇਹ ਮੋਨਟਰੀ ਪਾਲਿਸੀ ਕਮੇਟੀ ਨੇ ਰਿਜ਼ਰਵ ਬੈਂਕ ਦੇ ਨਾਲ, ਕਿਉਂਕਿ ਉਹ ਇੱਕ ਐਕਸ ਆਫੀਸ਼ੀਅਲ ਇਸ ਦੇ ਚੇਅਰਪਰਸਨ ਹੁੰਦੇ ਆ, ਉਹਨਾਂ ਨੇ ਬੈਠ ਕੇ ਇਹ ਡਿਸਾਈਡ ਕਰਨਾ ਹੁੰਦਾ ਵੀ ਵਿਆਜ ਦੀ ਦਰ ਨੂੰ ਕਿੱਦਾਂ ਰੱਖਿਆ ਜਾਵੇ। ਫਿਸਕਲ ਪਾਲਿਸੀ ਮੈਂ ਫਿਰ ਰਿਪੀਟ ਕਰ ਦਿੰਦਾ, ਫਿਸਕਲ ਪਾਲਿਸੀ ਦੀ ਕਿਉਂਕਿ ਡਾਇਰੈਕਟ ਲੋਕਾਂ ਦੇ ਹੱਥਾਂ ਤੱਕ ਪਹੁੰਚਣ ਦੇ ਵਿੱਚ ਔਰ ਸਰਕਾਰ ਕਿਆ ਕਾਮਯਾਬ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਉਹਦਾ ਡਿਸੀਜਨ ਲੈਣਾ ਲੋਕਾਂ ਲਈ ਸੌਖਾ ਹੁੰਦਾ। ਇਸ ਕਰਕੇ ਸਰਕਾਰਾਂ ਜ਼ਿਆਦਾ ਕੰਮ ਜਿਹੜਾ ਅੱਜ ਦੀ ਰੇਟ ਦੇ ਵਿੱਚ ਮੋਨਟਰੀ ਪਾਲਿਸੀ ਦੇ ਨਾਲ ਕਰਦੀਆਂ, ਫਿਸਕਲ ਪਾਲਿਸੀ ਨਾਲ ਨਹੀਂ ਕਰਦੀਆਂ। ਮਤਲਬ ਇਹ ਹੈ ਕਿ ਲੋਕਾਂ ਨੂੰ ਇਹ ਸਿਸਟਮ ਸਮਝ ਨਹੀਂ ਆਉਂਦਾ ਕਿਉਂਕਿ ਇਹ ਕੰਪਲੈਕਸ ਸਿਸਟਮ ਹੈ, ਤਾਂ ਇਹ ਐਕਸਪਰਟਸ ਦੇ ਹਵਾਲੇ ਹੁੰਦਾ ਹੈ ਸਾਰਾ ਸਿਸਟਮ, ਤੇ ਲੋਕ ਬਸ ਦੇਖਦੇ ਹੁੰਦੇ ਨੇ ਕਿ ਕੀ ਕਰਦੀ ਪਈ ਹੈ ਗਵਰਨਮੈਂਟ ਔਰ ਕਿੱਦਾਂ ਦੇ ਫੈਸਲੇ ਸਾਡੇ ਵਾਸਤੇ ਕਰਦੀ ਪਈ ਹੈ ਗਵਰਨਮੈਂਟ। ਹੁਣ ਇਹ ਸਾਰੀ ਰਿਸਪੌਂਸਿਬਿਲਟੀ ਗਵਰਨਮੈਂਟ ਤੇ ਹੁੰਦੀ ਹੈ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਪਰ ਪਹਿਲਾਂ ਇੱਕ ਗੱਲ ਜੋ ਆਮ ਤੌਰ ਤੇ ਅਸੀਂ ਸੁਣਦੇ ਹਾਂ ਕਿ ਜੋ GDP ਹੈ ਯਾਨੀ ਕਿ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ, ਉਹਦੀ ਜਿਹੜੀ ਗਰੋਥ ਹੈ ਉਹ ਡਾਊਨ ਜਾ ਰਹੀ ਹੈ। ਪਰ ਇੱਕ ਜਗ੍ਹਾ ਅਸੀਂ ਕਹਿੰਦੇ ਹਾਂ ਕਿ ਜਿਹੜੀ ਮਹਿੰਗਾਈ ਹੈ ਉਹ ਅਪ ਆ ਰਹੀ ਹੈ, ਇਨਫਲੇਸ਼ਨ ਉੱਪਰ ਵੱਲ ਜਾ ਰਹੀ ਹੈ। ਸੋ ਇਹ ਸਾਰਾ ਜਿਹੜਾ ਕੰਬੀਨੇਸ਼ਨ ਬਣਦਾ ਹੈ, ਇਹਦੇ ਵਿੱਚ ਇਹ ਪਾਲਿਸੀ ਤੇ ਇਹ ਆਮ ਲੋਕ ਕਿੱਥੇ ਖੜੇ ਨੇ, ਕਿੱਦਾਂ ਇਫੈਕਟ ਹੁੰਦੀ ਹੈ ਇਹਨਾਂ ਦੀ ਜੀਵਨ ਸ਼ੈਲੀ? ਦੇਖੋ ਜੀ, ਬੜਾ ਹੀ ਵਿਚਿੱਤਰ ਜਿਹਾ ਇਸ ਵੇਲੇ ਇੱਕ ਸੀਨ ਉੱਭਰ ਕੇ ਆ ਰਿਹਾ ਸਾਹਮਣੇ। ਹੋਇਆ ਕੀ ਹੈ ਕਿ ਇਹ ਜਿਹੜੀ ਰਸ਼ੀਆ ਯੂਕਰੇਨ ਦੀ ਵਾਰ ਹੈ, ਇਸ ਲੜਾਈ ਦੇ ਕਾਰਨ ਚੌਤਰਫਾ ਮਹਿੰਗਾਈ ਜਿਹੜੀ ਹੈ ਵੱਧ ਰਹੀ ਹੈ। ਅਸੀਂ ਪੈਂਡੈਮਿਕ ਦੇ ਵਿੱਚੋਂ ਦੀ ਨਿਕਲ ਰਹੇ ਸਾਂ, ਸਾਰੇ ਦੇ ਸਾਰੇ ਜਿੰਨੇ ਮੁਲਕ ਨੇ ਇਹ ਜੀ ਪੈਂਡੈਮਿਕ ਦੇ ਵਿੱਚੋਂ ਦੀ, ਕਰੋਨਾ ਦੇ ਵਿੱਚੋਂ ਦੇ ਨਿਕਲ ਕੇ ਮਸਾ ਠੀਕ ਪਹੁੰਚ ਰਹੇ ਸੀਗੇ। ਤਾਂ ਜਿਹੜੇ ਐਸਟੀਮੇਟਸ ਆ ਰਹੇ ਸੀ ਕਿ ਹੁਣ ਰਿਕਵਰੀ ਜਿਹੜੀ ਹੈ ਹੋ ਜਾਏਗੀ ਜਾਂ ਰਿਕਵਰੀ ਜਿਹੜੀ ਹੈ ਉਹ ਹੋਣ ਵਾਲੀ ਹੈ, ਤਾਂ ਹੌਲੀ ਹੌਲੀ ਲੱਗ ਰਿਹਾ ਸੀਗਾ ਵੀ ਚੀਜ਼ਾਂ ਪਟੜੀ ਤੇ ਆ ਰਹੀਆਂ। ਪਰ ਹੁਣ ਕੀ ਹੋਇਆ, ਉਹ ਲੀਹਾਂ ਤੋਂ ਦੁਬਾਰਾ ਤੋਂ ਉੱਤਰਦੀ ਨਜ਼ਰ ਆ ਰਹੀ ਹੈ। ਕਿਉਂ? ਕਿਉਂਕਿ ਜਿਹੜਾ ਤੇਲ ਹੈ, ਗੈਸ ਹੈ, ਜਿੰਨੀ ਇਹ ਵਾਰ ਨੂੰ, ਇਸ ਜੰਗ ਨੂੰ ਜੇ ਅਸੀਂ એનર્ਜੀ ਵਾਰ ਕਹੀਏ ਤਾਂ ਉਹ ਜ਼ਿਆਦਾ ਐਪਰੋਪਰੀਏਟ ਹੋਏਗਾ। ਹਰ ਪਾਸੇ ਇਸ ਨੇ ਕੋਲੇ ਨੂੰ, ਇਹਨੇ ਗੈਸ ਨੂੰ, ਇਹਨੇ ਤੇਲ ਨੂੰ, ਡੀਜ਼ਲ ਨੂੰ, ਖਾਣੇ ਵਾਲੇ ਤੇਲ ਨੂੰ, ਹਰ ਚੀਜ਼ ਨੂੰ ਇਸ ਮਹਿੰਗਾਈ ਨੇ ਮੰਗਾਤਾ, ਹਰ ਇਹਨੂੰ ਵਧਾਤੇ ਹੈ ਰੇਟ ਉਹਦੇ। ਉਸਦੇ ਕਾਰਨ ਕੀ ਹੋਇਆ ਕਿ ਹਰ ਚੀਜ਼ ਦੇ ਰੇਟ ਵਧਨੇ ਸ਼ੁਰੂ ਹੋਏ ਹੈ। ਦੂਜੇ ਪਾਸੇ ਕੀ ਹੋ ਰਿਹਾ, ਇੱਕ ਪਾਸੇ ਤਾਂ ਹਰ ਪਾਸੇ ਮਹਿੰਗਾਈ ਹੋ ਰਹੀ ਹੈ, ਮੈਟਲਸ ਦੀ ਮਹਿੰਗਾਈ, ਸਟੀਲ ਦੀ ਮਹਿੰਗਾਈ, ਕੋਲੇ ਦੀ ਮਹਿੰਗਾਈ, ਬਿਜਲੀ ਦੀ ਮਹਿੰਗਾਈ, ਤੇਲ ਦੀ ਮਹਿੰਗਾਈ। ਦੂਜੇ ਪਾਸੇ ਕੀ ਹੋ ਰਿਹਾ ਕਿ ਮਹਿੰਗਾਈ, ਪ੍ਰੋਡਕਸ਼ਨ ਜਿਹੜੀ ਹੈ ਉਹ ਵੀ ਘਟ ਰਹੀ ਹੈ।
क्योंकि प्रोडक्शन क्यों घट रही है? प्रोडक्शन घटन का कारण है महंगाई। लोग ਜਦੋਂ नहीं खरीदणगे, लोगों का सेंटीमेंट टुट जाता। ਜਦੋਂ महंगाई बहुत ज्यादा बढ़ जाती है, लोग सिर्फ आई चलाई करते हैं अपनी। जहाजां ते ਜਿਹੜਾ ਜਾਣਾ ਉਹਨੂੰ पोस्टपोन किया जाएगा, टूरिज्म ਤੇ ਜਿਨ੍ਹਾਂ ਨੇ ਘੁੰਮਣ ਫਿਰਨ ਨੂੰ ਜਾਣਾ ਉਹ पोस्टपोन किया जाएगा। ਉਹ ਤਾਂ ਸੁੱਖ ਦੇ ਸਾਥੀ ਨੇ ਜੀ। ਜਦੋਂ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਹਿਸਾਬ ਦੇ ਨਾਲ ਚੱਲ ਰਹੀਆਂ, ਲੋਕਾਂ ਦੀ ਪਾਕਟਸ ਜਿਹੜੀਆਂ ਨੇ ਉਹਨੂੰ ਅਲਾਉ ਕਰਨਗੀਆਂ, ਤਾਂ ਉਸ ਵੇਲੇ ਲੋਕ ਘੁੰਮਣ ਫਿਰਨ ਜਾਂਦੇ ਨੇ। ਤੇ ਇਹ ਜਿਹੜਾ ਜਹਾਜ਼ ਹੈ, ਟੂਰਿਜ਼ਮ ਵਾਲਾ ਖੇਤਰ ਹੈ, ਇਹ ਬਾਅਦ ਦੇ ਵਿੱਚ ਚੱਲਦੇ। ਹੁਣ ਹੋ ਕੀ ਰਿਹਾ ਵੀ ਇੱਕ ਪਾਸੇ ਤਾਂ ਪ੍ਰੋਡਕਸ਼ਨ ਜਿਹੜੀ ਹੈ ਗਿਰ ਰਹੀ ਹੈ। ਚੀਨ ਦੇ ਵਿੱਚੋਂ ਦੀ ਕਰੋਨਾ ਦਾ ਨਵੀਂ ਵੇਵ ਆ ਚੁੱਕੀ ਹੈ। XE ਵੇਰੀਐਂਟ ਜਿਹੜਾ ਸਾਨੂੰ ਵੀ ਹਿੰਦੁਸਤਾਨ ਦੇ ਵਿੱਚ ਕਨਫਰਮ ਹੋਇਆ, ਜਿੱਦਾਂ ਅੱਜ ਦੇ ਅਖਬਾਰਾਂ ਦੇ ਵਿੱਚ ਨਿਕਲ ਕੇ ਆਇਆ ਵੀ ਬੰਬਈ ਦੇ ਵਿੱਚ ਔਰ ਇੱਕ ਗੁਜਰਾਤ ਦੇ ਵਿੱਚ ਕੇਸ ਕਨਫਰਮੇਸ਼ਨ ਹੋ ਚੁੱਕੀ ਹੈ। ਰੋਜ਼ ਦੇ ਕੇਸ ਸਾਡੇ 1000 ਤੋਂ ਉੱਤੇ ਜਾ ਚੁੱਕੇ ਨੇ। ਪਹਿਲਾਂ ਇਹ 1000 ਤੋਂ ਥੱਲੇ ਆ ਗਏ ਸੀਗੇ। ਹੁਣ ਇੱਕ ਪਾਸੇ ਪ੍ਰੋਡਕਸ਼ਨ ਥੱਲੇ, ਰਾ ਮਟੀਰੀਅਲ ਨਹੀਂ ਆ ਰਿਹਾ, ਸਪਲਾਈ ਚੇਨ ਟੁੱਟੀ ਹੋਈ ਹੈ, ਬਲੈਕ ਸੀ ਦੇ ਵਿੱਚੋਂ ਦੀ ਸਮਾਨ ਨਹੀਂ ਆ ਰਿਹਾ ਕਿਉਂਕਿ ਉੱਥੇ ਪੋਰਟਸ ਜਿਹੜੇ ਨੇ, ਬੰਦਰਗਾਹਾਂ ਦੇ ਉੱਤੇ ਜਹਾਜ਼ ਸਮਾਨ ਚੱਕਣ ਨੂੰ ਤਿਆਰ ਨਹੀਂ ਹੈ। ਤਾਂ ਇਨਹੈਰੈਂਟ ਪ੍ਰੋਬਲਮਸ ਨੇ। ਦੂਜੇ ਪਾਸੇ ਜਿਹੜੀ ਹੈ ਮਹਿੰਗਾਈ ਜ਼ਿਆਦਾ ਹੈ। ਤਾਂ ਇਸ ਚੀਜ਼ ਨੂੰ, ਇਹਨੂੰ ਅਸੀਂ ਇਕਨੋਮਿਕਸ ਦੀ ਟਰਮਸ ਦੇ ਵਿੱਚ ਸਟੈਗਫਲੇਸ਼ਨ ਕਹਿੰਦੇ ਆ ਜੀ। ਸਟੈਗਨੇਸ਼ਨ, GDP ਥੱਲੇ ਨੂੰ ਜਾ ਰਹੀ ਹੈ। ਜਿੱਦਾਂ ਅੰਕੜੇ ਆਏ ਨੇ ਕੱਲ, ਤੇ ਸ਼ਕਤੀਕਾਂਤ ਦਾਸ ਨੇ RBI ਦੇ ਗਵਰਨਰ, ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੀ GDP ਹੈ ਸਾਡੀ, ਜਿਹੜੀ ਗਰੋਥ ਹੈ, ਸਾਡਾ ਜਿਹੜਾ ਉਤਪਾਦਨ ਹੈ, ਸਾਡੀ ਜਿਹੜੀ ਵਧਣ ਦੀ ਦਰ ਹੈ, ਉਹ 7.8% ਤੋਂ 7.2% ਤੇ ਜਾ ਰਹੀ ਹੈ। ਤੇ ਦੂਸਰਾ ਜਿਹੜਾ ਮਹਿੰਗਾਈ ਜਿਹੜੀ ਹੈ, ਰਿਟੇਲ ਇਨਫਲੇਸ਼ਨ, ਜਿਹੜੀ ਕੰਜ਼ਿਊਮਰ ਦੀ ਇਨਫਲੇਸ਼ਨ ਹੈ, ਉਹ 4.5% ਤੋਂ ਵੱਧ ਕੇ ਉਹਨਾਂ ਨੇ ਕਿਹਾ ਵੀ 5.7% ਤੇ ਜਾ ਰਹੀ ਹੈ। ਹੁਣ ਸਮੱਸਿਆ ਇਹ ਹੈ ਜੀ ਵੀ ਉਹਨਾਂ ਨੇ ਇਸ ਚੀਜ਼ ਦੇ ਲਈ, ਇਸ ਚੀਜ਼ ਨੂੰ ਅਰੈਸਟ ਕਰਨ ਦੇ ਲਈ, ਇਸ ਸਟੈਗਫਲੇਸ਼ਨ ਨੂੰ ਕਹਿ ਲਈਏ ਜਾਂ ਅਸੀਂ ਇਨਫਲੇਸ਼ਨ ਨੂੰ ਕਹਿ ਲਈਏ ਜਾਂ ਅਸੀਂ ਗਰੋਥ ਨੂੰ ਵਧਾਉਣ ਦੇ ਲਈ, ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਵਿਆਜ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਚੇਂਜ ਨਹੀਂ ਕੀਤੀ। ਉਹਨਾਂ ਨੇ ਕਿਹਾ, ਉਹਨਾਂ ਦਾ ਕਹਿਣ ਦਾ ਇਨ ਬਿਟਵੀਨ ਦਾ ਲਾਈਨਸ ਜਦੋਂ ਅਸੀਂ ਇਸ ਚੀਜ਼ ਨੂੰ ਪੜ੍ਹਦੇ ਹਾਂ, ਜਦੋਂ ਉਹਨਾਂ ਨੇ ਚੇਂਜ ਨਹੀਂ ਕੀਤੀ ਹੈ, ਤਾਂ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ ਵੀ ਅਸੀਂ ਗਰੋਥ ਨੂੰ ਹੁੰਗਾਰਾ ਦੇ ਰਹੇ ਹਾਂ। ਕਿਉਂਕਿ ਮੈਂ ਜਿਹੜੀ ਗੱਲ ਪਹਿਲਾਂ ਕਹੀ ਹੈ ਬਈ, ਜੇ ਰੇਟ ਜਿਹੜੇ ਨੇ ਉਹ ਵੱਧ ਰਹੇ ਆ ਤਾਂ ਜਨਰਲੀ ਕੀ ਕਰਦਾ ਹੈ, ਰਿਜ਼ਰਵ ਬੈਂਕ ਦਾ ਕੰਮ ਹੁੰਦਾ, ਉਹ ਦਰ ਜਿਹੜੀ ਹੈ, ਵਿਆਜ ਦੀ ਦਰ ਵਧਾ ਦਿੰਦਾ। ਜਦੋਂ ਵਿਆਜ ਦੀ ਦਰ ਨਹੀਂ ਵਧਾਈ ਤਾਂ ਇਹਦਾ ਮਤਲਬ ਹੈ ਉਹਨਾਂ ਨੇ ਕਿਤੇ ਨਾ ਕਿਤੇ GDP ਨੂੰ ਹੁੰਗਾਰਾ ਦੇਣ ਵੱਲ ਨੂੰ ਆਪਣਾ ਜਿਹੜਾ ਰੁਝਾਨ ਹੈ ਉਹ ਦਿਖਾਇਆ। ਇਹ ਸਾਰੀ ਗੇਮ ਵਿਆਜ ਦੀ ਦਰ ਦੀ ਹੈ ਕਿ ਵਿਆਜ ਦੀ ਦਰ ਨੂੰ ਘੱਟ ਰੱਖਣਾ ਹੈ ਕਿ ਵੱਧ ਰੱਖਣਾ ਹੈ, ਉਹ ਸਾਰੀ ਗੇਮ ਇਹ ਚੱਲਦੀ ਹੈ। ਪਰ ਇੱਕ ਮੇਰੇ ਪੁਆਇੰਟ ਆਇਆ ਸੀ ਦਿਮਾਗ ਦੇ ਵਿੱਚ, ਇਹਦੇ ਉੱਤੇ ਕਦੀ ਫੇਰ ਗੱਲ ਕਰਾਂਗੇ ਕਿ ਜੇ એનર્ਜੀ ਦੇ ਸੋਰਸ ਆਪਾਂ ਬਦਲ ਲਈਏ, ਪੈਟਰੋਲੀਅਮ ਦੀ ਬਜਾਏ ਔਰ ਪੈਟਰੋਲੀਅਮ ਪ੍ਰੋਡਕਟਸ ਦੀ ਬਜਾਏ ਜੇ એનર્ਜੀ ਦਾ ਸੋਰਸ ਅਸੀਂ ਬਦਲ ਲਈਏ, ਸਨਲਾਈਟ ਨੂੰ ਲੈ ਲਈਏ, ਵਿੰਡ ਮਿਲਸ ਨੂੰ ਲੈ ਲਈਏ, ਤਾਂ ਹੋ ਸਕਦਾ ਕਿ ਇਹ ਜਿਹੜੀਆਂ ਇਕਨੋਮੀ ਦੇ ਉੱਤੇ ਪ੍ਰੈਸ਼ਰਸ ਸਾਰੀਆਂ ਹਾਲਾਤਾਂ ਦਾ ਬਣਦਾ ਹੈ, ਉਸ ਤੋਂ ਸਾਨੂੰ ਨਿਜਾਤ ਮਿਲ ਸਕੇ, ਅਸੀਂ ਕਿਸੇ ਹੋਰ ਪਾਸੇ ਨਿਕਲ ਸਕੀਏ ਇਸ ਚੀਜ਼ ਨੂੰ ਲੈ ਕੇ। ਕਿਉਂਕਿ એનર્ਜੀ ਦਾ ਸਭ ਤੋਂ ਜ਼ਿਆਦਾ ਪ੍ਰੈਸ਼ਰ ਪੈਂਦਾ, ਤਾਂ ਜਦੋਂ ਨਵੇਂ ਰਸਤੇ ਖੁੱਲਣਗੇ ਤਾਂ ਜ਼ਾਹਿਰ ਤੌਰ ਤੇ ਇਕਨੋਮੀ ਨੂੰ ਇੱਕ ਨਵਾਂ ਰੂਪ ਮਿਲ ਸਕਦਾ ਹੈ। ਐਮ ਆਈ ਰਾਈਟ ਸਰ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਜਿਹੜੇ ਇਹ ਮੁਲਕ ਨੇ, ਯੂਰਪੀਅਨ ਮੁਲਕ ਨੇ, ਹੁਣ ਇਹ ਕਰ ਕੀ ਰਹੇ ਆ? ਇਹਨਾਂ ਦਾ ਹਜੇ ਤੱਕ ਦੀ ਰਸ਼ੀਆ ਦੇ ਉੱਤੇ ਡਿਪੈਂਡੈਂਸ ਬਹੁਤ ਜ਼ਿਆਦਾ ਸੀ। ਜੀ ਜੀ, ਮੈਨੂੰ ਉਮੀਦ ਹੈ ਮੇਰੀ ਆਵਾਜ਼ ਪਹੁੰਚ ਰਹੀ ਹੈ। ਬਿਲਕੁਲ, ਤੁਹਾਡੀ ਆਵਾਜ਼ ਲਾਊਡ ਐਂਡ ਕਲੀਅਰ। ਠੀਕ ਹੈ ਜੀ। ਹੁਣ ਜਿਹੜਾ ਹੈ ਉਹ ਇਹ ਸੋਚ ਰਹੇ ਨੇ ਵੀ ਅਸੀਂ ਇੱਥੋਂ ਦੀ ਰਸ਼ੀਆ ਤੋਂ ਅਸੀਂ ਮੂਵ ਕਰਨਾ। ਖਾਸ ਕਰਕੇ ਜਰਮਨੀ ਵਰਗੀ ਜਿਹੜੀ ਇਕਨੋਮੀ, ਇਟਲੀ, ਫਰਾਂਸ, ਜਰਮਨੀ, ਜਿਹੜੇ ਵੱਡੇ ਮੁਲਕ ਯੂਰਪ ਦੇ ਵਿੱਚ ਹੈ, ਜਿਹੜੇ ਪੂਰੇ ਤਰੀਕੇ ਦੇ ਨਾਲ ਰਸ਼ੀਆ ਦੀ ਗੈਸ ਦੇ ਉੱਪਰ ਨਿਰਭਰ ਸਨ, ਉਹ ਹੁਣ ਸੋਚ ਰਹੇ ਆ ਵੀ ਹੁਣ ਅਸੀਂ ਆਪਣੀ ਨਿਰਭਰਤਾ ਇਹਦੇ ਉੱਤੇ ਘਟਾਣੀ ਹੈ, ਡਿਪੈਂਡੈਂਸ ਜਿਹੜੀ ਹੈ ਰਸ਼ੀਆ ਦੇ ਉੱਤੇ ਘਟਾਉਣੀ ਹੈ। ਔਰ ਜਿਹੜੇ ਨਾਨ ਰੀਨਿਊਏਬਲ ਸੋਰਸਸ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਬਕਾਇਦਾ ਉਹ ਚੀਜ਼ ਹੋਣ ਜਾ ਰਹੀ ਹੈ। ਅਸੀਂ ਦੇਖਾਂਗੇ ਆਉਣ ਵਾਲੇ ਟਾਈਮ ਦੇ ਵਿੱਚ, ਹੋਰ 5-10 ਸਾਲ ਦੇ ਵਿੱਚ, ਜੋ ਖੰਨਾ ਸਾਹਿਬ ਤੁਸੀਂ ਗੱਲ ਕਹਿ ਰਹੇ ਹੋ ਵੀ ਇਲੈਕਟ੍ਰਿਕ ਵਹੀਕਲਸ ਜਿਹੜੇ ਨੇ ਉਹ ਵਧਣਗੇ, ਕੋਲੇ ਦਾ ਇਸਤੇਮਾਲ ਜਾਂ ਕੋਲੇ ਦੀ ਵਰਤੋਂ ਜਿਹੜੀ ਹੈ ਬਿਜਲੀ ਦੇ ਤੌਰ ਤੇ ਵੀ ਜਾਂ ਬਿਜਲੀ ਬਣਾਉਣ ਦੇ ਤੌਰ ਤੇ ਵੀ ਤਾਪ ਘਰਾਂ ਦੇ ਵਿੱਚ ਘਟੇਗੀ। ਸਾਨੂੰ ਗ੍ਰੀਨ એનર્ਜੀ ਵਾਲਾ ਕੰਮ ਜਿਹੜਾ ਹੈ, ਉਦਾਂ ਦੀਆਂ ਵਹੀਕਲਸ ਆਣਗੀਆਂ ਜਿਹੜੀਆਂ ਪੈਟਰੋਲ ਡੀਜ਼ਲ ਨਹੀਂ ਜ਼ਿਆਦਾ ਯੂਜ਼ ਕਰਦੀਆਂ, ਬੈਟਰੀ ਦੇ ਉੱਤੇ ਚੱਲਦੀਆਂ, ਸੋਲਰ ਬੈਟਰੀਜ਼ ਦੇ ਉੱਤੇ ਕੱਲ ਨੂੰ ਚੱਲਣਾ ਸ਼ੁਰੂ ਹੋ ਜਾਣਗੀਆਂ। ਜਾਂ ਡਰੋਨਸ ਜਿਹੜੇ ਹੈ
ਇਦਾਂ ਦਾ ਆਏਗਾ, ਹਾਈਪਰਲੂਪਸ ਜਿਹੜੇ ਆ, ਇਦਾਂ ਦੇ ਨਵੇਂ ਸੋਰਸਸ ਰਿਸੋਰਸਸ ਜਿਹੜੇ ਸਾਡੇ ਸਾਹਮਣੇ ਨਿਕਲ ਕੇ ਆਉਣ। ਬਿਲਕੁਲ ਜੀ, ਸਾਨੂੰ ਲਾਈਫ ਦੇ ਵਿੱਚ ਵੀ ਇਦਾਂ ਹੀ ਸੋਚਣਾ ਚਾਹੀਦਾ ਹੈ ਕਿ ਇੱਕ ਚੀਜ਼ ਦੇ ਉੱਤੇ ਡਿਪੈਂਡ ਨਹੀਂ ਕਰਨਾ ਚਾਹੀਦਾ, ਹਮੇਸ਼ਾ ਵਿਕਲਪ ਲੱਭਣੇ ਚਾਹੀਦੇ ਨੇ, ਆਲਟਰਨੇਟਿਵਸ ਲੱਭਣੇ ਚਾਹੀਦੇ ਨੇ, ਤਾਂ ਹੀ ਇਨਸਾਨ ਤਰੱਕੀ ਕਰ ਸਕਦਾ। ਕਿਉਂਕਿ ਕੁਦਰਤ ਨੇ ਬਹੁਤ ਕੁਝ ਅਜਿਹਾ ਬਣਾਇਆ ਜਿਹਦੇ ਬਾਰੇ ਸਾਨੂੰ ਪਤਾ ਨਹੀਂ, ਉਹਦਾ ਪਤਾ ਕਰੋ, ਉਹਦੀ ਖੋਜ ਕਰੋ, ਇੱਕ ਚੀਜ਼ ਦੇ ਉੱਤੇ ਨਿਰਭਰ ਨਾ ਕਰੋ। ਜਦੋਂ ਵੱਖ-ਵੱਖ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ, ਤੁਸੀਂ ਉਹਦੇ ਵਿੱਚੋਂ ਚੂਜ਼ ਕਰ ਸਕਦੇ, ਤੁਹਾਡੀ ਚੋਇਸ ਹੋ ਸਕਦੀ ਹੈ, ਉਹਦੇ ਉੱਤੇ ਡਿਪੈਂਡ ਕਰਕੇ ਤੁਸੀਂ ਨਵੀਆਂ ਰਾਹਾਂ 'ਤੇ ਜਾ ਸਕਦੇ ਹੋ, ਨਵੇਂ ਦਿਸਹੱਦੇ, ਨਵੇਂ ਡਾਈਮੈਂਸ਼ਨਸ ਦੇ ਉੱਤੇ ਤੁਸੀਂ ਪਹੁੰਚ ਸਕਦੇ ਹੋ, ਨਵੀਆਂ ਚੀਜ਼ਾਂ ਲਾਈਫ ਦੇ ਵਿੱਚ ਤੁਸੀਂ ਕਮਾ ਸਕਦੇ ਹੋ, ਨਵੀਆਂ ਚੀਜ਼ਾਂ ਕਰ ਸਕਦੇ ਹੋ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਲਟਰਨੇਟਿਵਸ ਲੱਭਦੇ ਰਹੋ, ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਅਜਿਹਾ ਹੈ। ਸੋ ਅਗਲੀ ਗੱਲ ਆਪਾਂ ਵਧਦੇ ਹਾਂ ਅੱਗੇ ਕਿ ਇਹਦਾ ਫਾਇਦਾ ਜੋ ਇਹ ਸਾਰੀ ਗੇਮ ਚੱਲਦੀ ਹੈ, ਕੰਪਲੈਕਸ ਸਿਸਟਮ ਬਣਾਇਆ ਜਾਂਦਾ, ਫਾਈਨੈਂਸ਼ੀਅਲ ਸਿਸਟਮ ਨੂੰ ਇੰਨਾ ਕੰਪਲੈਕਸ ਬਣਾ ਦਿੱਤਾ ਗਿਆ ਹੈ ਕਿ ਸਿਰਫ ਐਕਸਪਰਟਸ ਨੂੰ ਸਮਝ ਆਉਂਦਾ ਕਿ ਉਹ ਕਰਦੇ ਕੀ ਪਏ ਨੇ, ਆਮ ਪਬਲਿਕ ਨੂੰ, ਆਮ ਲੋਕਾਂ ਨੂੰ ਕੁਝ ਪੱਲੇ ਨਹੀਂ ਪੈਂਦਾ ਕਿ ਕੀ ਹੁੰਦਾ ਪਿਆ। ਇਹ ਸਾਰੀ ਗੇਮ ਵਿਆਜ ਦੇ ਦਰ ਦੀ ਔਰ ਵਿਆਜ ਦੀ ਗੇਮ ਹੈ, ਕਿਉਂਕਿ ਕਰਜ਼ਾ ਕਿੰਨਾ ਦੇਣਾ ਤੇ ਵਿਆਜ ਕਿੰਨਾ ਲੈਣਾ ਹੈ, ਕਰਜ਼ਾ ਕਿੰਨਾ ਦੇਣਾ ਤੇ ਵਿਆਜ ਕਿੰਨਾ ਲੈਣਾ ਹੈ, ਇਹਦੇ ਉੱਤੇ ਸਾਰੀ ਇਕਨੋਮੀ ਚੱਲਦੀ। ਐਮ ਆਈ ਰਾਈਟ ਸਰ? ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਸੋ ਸਵਾਲ ਮੇਰਾ ਇਹ ਹੈ ਕਿ ਇਹ ਆਮ ਲੋਕਾਂ ਨੂੰ ਕੀ ਫਾਇਦਾ ਹੋ ਰਿਹਾ, ਜਾਂ ਗਵਰਨਮੈਂਟਸ ਨੂੰ ਕੀ ਫਾਇਦਾ ਹੋ ਰਿਹਾ, ਜਾਂ ਕਾਰਪੋਰੇਟਸ ਨੂੰ ਕੀ ਫਾਇਦਾ ਹੋ ਰਿਹਾ? ਤਿੰਨਾਂ ਨੂੰ ਵੱਖ-ਵੱਖ ਫਾਇਦਾ ਹੋ ਰਿਹਾ ਹੈ ਜਾਂ ਤਿੰਨਾਂ ਵਿੱਚੋਂ ਕਿਸੇ ਨੂੰ ਜ਼ਿਆਦਾ ਫਾਇਦਾ ਵੀ ਹੋ ਰਿਹਾ? ਇਹ ਫਾਇਦੇ ਦੀ ਜਿਹੜੀ ਗੇਮ ਹੈ ਇਹ ਕਿਹਦੀ ਜੇਬ 'ਚ ਜਾ ਰਹੀ ਹੈ? ਦੇਖੋ ਜੀ, ਇੱਕ ਅਰਥਚਾਰੇ ਦੇ ਵਿੱਚ ਜਿਹੜਾ ਹਿੰਦੁਸਤਾਨ ਦਾ, ਅਸੀਂ ਅਰਥਚਾਰੇ ਦੀ ਜੇ ਗੱਲ ਕਰੀਏ ਤਾਂ ਸਾਡੇ ਅਰਥਚਾਰੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਰਜ਼ਾ ਲੈਣ ਵਾਲੀ ਪਾਰਟੀ ਹੈ ਉਹ ਗਵਰਨਮੈਂਟ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਚਾਹੇ ਸੂਬੇ ਦੀ ਸਰਕਾਰਾਂ ਨੇ। ਅਸੀਂ ਫਿਰ ਕਿਸੇ ਐਪੀਸੋਡ ਦੇ ਵਿੱਚ ਇਹ ਗੱਲ ਕਰਾਂਗੇ ਵੀ ਸਰਕਾਰਾਂ ਕਿਉਂ ਲੈਂਦੀਆਂ ਨੇ ਕਰਜ਼ੇ, ਪਰ ਹਜੇ ਹਾਲ ਦੀ ਘੜੀ ਆਪਾਂ ਸਿਰਫ ਇਸ ਚੀਜ਼ ਦੇ ਨਾਲ ਕੰਟੈਂਟਮੈਂਟ ਕਰੀਏ ਵੀ ਸਭ ਤੋਂ ਜ਼ਿਆਦਾ ਕਰਜ਼ਾ ਹਿੰਦੁਸਤਾਨ ਦੇ ਵਿੱਚ ਲੈਂਦੀ ਹੈ ਸਰਕਾਰ, ਉਸ ਦੇ ਬਾਅਦ ਆਉਂਦੇ ਨੇ ਕਾਰਪੋਰੇਟਸ, ਔਰ ਤੀਸਰੇ ਨੰਬਰ ਤੇ ਕਰਜ਼ਾ ਲੈਣ ਵਾਲਾ ਆਉਂਦਾ ਆਮ ਆਦਮੀ, ਜਿਹਨੇ ਕਿੰਨਾ ਕਰਜ਼ਾ ਲੈਣਾ, 20, 25, 30 ਲੱਖ, 10 ਲੱਖ, 5 ਲੱਖ, ਕਿਸੇ ਨੇ ਗੱਡੀ ਲੈਣੀ ਹੈ, ਕਿਸੇ ਨੇ ਮਕਾਨ ਖਰੀਦਣਾ, ਕਿਸੇ ਨੇ ਮਕਾਨ ਦੀ ਉਸਾਰੀ ਕਰਾਉਣੀ ਹੈ। ਆਹ ਛੋਟੇ ਛੋਟੇ ਕਰਜ਼ੇ ਨੇ ਜਿਹੜੇ ਲੋਕ ਲੈਂਦੇ ਨੇ। ਵੱਡੇ ਕਰਜ਼ੇ ਲੈਣ ਵਾਲੇ ਪਾਰਟੀਆਂ ਨੇ, ਇੱਕ ਸਰਕਾਰ ਹੈ ਔਰ ਇੱਕ ਕਾਰਪੋਰੇਟ ਹੈ। ਦੇਖੋ ਜੀ, ਹੁਣ ਜੇ ਆਰਬੀਆਈ ਨੇ ਕਰਜ਼ੇ ਦੀ ਦਰ ਸਸਤੀ ਰੱਖੀ ਹੈ ਜਾਂ ਵਿਆਜ ਦੀ ਦਰ ਸਸਤੀ ਰੱਖੀ ਹੈ, ਜਿਹਦਾ ਮਤਲਬ ਹੈ ਵੀ ਇਹ ਪਾਰਟੀਆਂ ਜਿੱਦਾਂ ਪਿਛਲੇ 2 ਸਾਲ ਦੇ ਵਿੱਚ ਸਸਤੇ ਕਰਜ਼ੇ ਲੈ ਰਹੀਆਂ ਨੇ, ਇਹਨਾਂ ਨੂੰ ਹੁੰਗਾਰਾ ਦਿੱਤਾ ਹੈਗਾ ਵੀ ਇਹ ਕਰਜ਼ਾ ਹੋਰ ਸਸਤਾ ਲਈ ਚੱਲਣ। ਹਜੇ ਘੱਟੋ ਘੱਟ 2 ਮਹੀਨੇ ਇਹ ਸਸਤਾ ਕਰਜ਼ਾ ਲੈ ਸਕਦੇ ਨੇ। ਇਹਦੇ ਨਾਲ ਸਭ ਤੋਂ ਵੱਧ, ਹੁਣ ਜਿਹੜਾ ਜਿੱਦਾਂ ਤੁਹਾਡਾ ਸਵਾਲ ਹੈ ਵੀ ਫਾਇਦੇ ਦੇ ਵਿੱਚ ਕੌਣ, ਸਭ ਤੋਂ ਵੱਧ ਫਾਇਦੇ ਦੇ ਵਿੱਚ ਪਹਿਲਾਂ ਤਾਂ ਜੇ ਅਸੀਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਨੂੰ 2 ਤਰੀਕੇ ਦਾ ਫਾਇਦਾ ਹੁੰਦਾ। ਇੱਕ ਤਾਂ ਸਸਤਾ ਲੋਨ। ਦੇਖੋ, ਜਦੋਂ ਅਸੀਂ ਬਜਟ ਦੇਖਦੇ ਹਾਂ, ਸਰਕਾਰ ਨੇ ਐਤਕੀ ਰੱਖਿਆ ਸੀ ਵੀ 9,40,000 ਕਰੋੜ ਰੁਪਈਆ ਸਰਕਾਰ ਨੇ ਕਰਜ਼ਾ ਜਿਹੜਾ ਪੁਰਾਣਾ ਚੱਕਿਆ ਹੋਇਆ ਉਹਦਾ ਵਿਆਜ ਮੋੜਨਾ ਸੀ। ਜੇ ਹੁਣ ਵਿਆਜ ਹੋਰ ਮਹਿੰਗਾ ਹੋ ਜਾਂਦਾ, ਉਹ ਹੋ ਸਕਦਾ 9, 9.5, 9.40, 9.4 ਲੱਖ ਕਰੋੜ ਰੁਪਏ, 10 ਲੱਖ ਕਰੋੜ ਪੈ ਜਾਂਦਾ, ਤਾਂ ਉਹ 60,000 ਕਰੋੜ ਰੁਪਏ ਦਾ ਸਰਕਾਰ ਦੇ ਉੱਤੇ ਐਡੀਸ਼ਨਲ ਬਰਡਨ ਆਣਾ ਸੀ। ਇੱਕ ਚੀਜ਼ ਤਾਂ ਇਸ, ਜਦੋਂ ਕਰਜ਼ਾ ਨਹੀਂ ਵਧਿਆ ਤਾਂ ਸਰਕਾਰ ਜਿਹੜੀ ਹੈ ਉੱਥੋਂ ਦੀ ਮੁਕਤ ਹੋਈ ਹੈ ਵੀ ਸਰਕਾਰ ਨੂੰ ਜ਼ਿਆਦਾ ਕਰਜ਼ਾ ਜਾਂ ਜ਼ਿਆਦਾ ਰੀਪੇਮੈਂਟ ਨਹੀਂ ਕਰਨੀ ਪਏਗੀ ਪਿਛਲੇ ਕਰਜ਼ੇ, ਪੁਰਾਣੇ ਵਿਆਜ। ਦੂਸਰੀ ਚੀਜ਼ ਜਿਹੜੀ ਹੈ, ਦੇਖੋ ਮਹਿੰਗਾਈ ਜਿੰਨੀ ਜ਼ਿਆਦਾ ਸਰਕਾਰ ਨੂੰ ਉਨਾ ਜ਼ਿਆਦਾ ਫਾਇਦਾ। ਸਾਨੂੰ ਇਹ ਵੀ ਚੀਜ਼ ਸਮਝਣੀ ਪਏਗੀ। ਮੈਂ ਉਦਾਹਰਨ ਦੇ ਤੌਰ ਤੇ ਦੱਸਦਾ ਜੀ, ਜੇ 100 ਰੁਪਏ ਦਾ ਤੇਲ ਚਲਾ ਜਾਂਦਾ, ਆਪਾਂ ਟੈਕਸ ਛੱਡ ਦਈਏ ਸਾਰੇ, ਸਰਕਾਰ ਸਿਰਫ ਇੱਕੋ ਟੈਕਸ ਲਾਉਂਦੀ ਹੈ, 10% ਟੈਕਸ। 100 ਰੁਪਏ ਤੇ 10% ਟੈਕਸ ਲੱਗਿਆ ਤਾਂ ਸਰਕਾਰ ਦੀ ਜੇਬ 'ਚ 10 ਰੁਪਏ ਗਿਆ। ਜੇ 110 ਰੁਪਏ ਦਾ ਤੇਲ ਮਿਲਦਾ ਤਾਂ ਸਰਕਾਰ ਦੀ ਜੇਬ 10% ਦੇ ਹਿਸਾਬ ਨਾਲ 11 ਰੁਪਏ ਨਾਲ ਭਰ ਗਈ। ਬਿਲਕੁਲ ਜਿੰਨੀ ਜ਼ਿਆਦਾ ਮਹਿੰਗਾਈ ਹੋਏਗੀ ਸਰਕਾਰ ਨੂੰ ਤਾਂ ਉਨਾ ਜ਼ਿਆਦਾ ਫਾਇਦਾ। ਹੁਣ ਜੇ ਰਿਜ਼ਰਵ ਬੈਂਕ ਨੇ ਮਹਿੰਗਾਈ ਨੂੰ ਛੱਡ ਕੇ ਅਰੈਸਟ ਨਹੀਂ ਕੀਤਾ, ਮਹਿੰਗਾਈ ਦੇ ਵੱਲ ਨੂੰ ਟਾਰਗੇਟ ਨਹੀਂ ਕੀਤਾ, ਉਹਨੇ ਤਾਂ ਸਸਤੇ ਕਰਜ਼ਿਆਂ ਵੱਲ ਨੂੰ ਟਾਰਗੇਟ ਕੀਤਾ, ਤਾਂ ਸਰਕਾਰ ਨੂੰ 2 ਪਾਸੇ ਦੀ ਫਾਇਦਾ ਹੋਇਆ। ਪਹਿਲਾ ਫਾਇਦਾ ਸਰਕਾਰ ਨੂੰ ਹੋਇਆ ਵੀ ਇਹਨਾਂ ਨੂੰ ਕਰਜ਼ੇ ਸਸਤੇ ਰੇਟਾਂ ਤੇ ਮਿਲਣਗੇ। ਦੂਜਾ ਫਾਇਦਾ ਸਰਕਾਰ ਨੂੰ ਹੋਇਆ ਵੀ ਜਿੰਨੀ ਮਹਿੰਗਾਈ ਹੈ ਉਹਨਾਂ ਟੈਕਸ ਵੀ ਵਧੇਗਾ ਸਰਕਾਰ ਦੀ ਜੇਬ ਦੇ ਵਿੱਚ। ਤਾਂ ਸਰਕਾਰ ਨੂੰ 2 ਤਰੀਕੇ ਦਾ ਫਾਇਦਾ ਹੋਣ ਜਾ ਰਿਹਾ ਹੈ। ਜਦੋਂ ਅਸੀਂ ਕਾਰਪੋਰੇਟ ਦੀ ਗੱਲ ਕਰਦੇ ਹਾਂ, ਉਹ ਸਭ ਤੋਂ ਜ਼ਿਆਦਾ ਬੈਨੀਫਿਟ ਦੇ ਵਿੱਚ ਕਾਰਪੋਰੇਟ ਹੈ ਇਸ ਵੇਲੇ। ਦੇਖੋ, ਸਰਕਾਰ ਨੂੰ ਇਸ ਵੇਲੇ ਜਿਹੜੀ ਕਰਜ਼ਾ ਮਿਲ ਰਿਹਾ ਹੈ ਉਹ ਮਿਲ ਰਿਹਾ 7% ਦੇ ਉੱਤੇ, ਜਦਕਿ ਜਿਹੜਾ ਕਾਰਪੋਰੇਟ ਸੈਕਟਰ ਹੈ ਉਹਨਾਂ ਨੂੰ ਕਰਜ਼ਾ ਮਿਲ ਰਿਹਾ 6% ਦੇ ਉੱਤੇ। ਇਸ ਵੇਲੇ ਕਾਰਪੋਰੇਟ ਖੇਤਰ ਨੂੰ ਕਰਜ਼ਾ
6% ਦੀ ਦਰ ਤੇ ਮਿਲ ਰਿਹਾ। ਕਾਰਨ ਕਿਉਂ ਸਰਕਾਰ ਨੂੰ 7% ਮਿਲਦਾ? ਕਿਉਂਕਿ ਸਰਕਾਰ ਨੂੰ ਆਪਣੀ ਪ੍ਰਤੀਭੂਤੀਆਂ ਰੱਖਣੀਆਂ ਪੈਂਦੀਆਂ। ਜੇ ਸਰਕਾਰ ਨੇ ਕਰਜ਼ਾ ਲੈਣ ਜਾਣਾ, ਸਰਕਾਰ ਨੂੰ ਕੋਈ ਸਿਕਿਉਰਿਟੀ ਰੱਖਣੀ ਪਏਗੀ ਆਪਣੀ। ਮੰਨ ਲਓ ਕਿਸੇ ਪਬਲਿਕ ਸੈਕਟਰ ਯੂਨਿਟ ਦੀ ਰੱਖ ਆਏਗੀ, ਸਰਕਾਰ ਕਿਸੇ ਵੀ ਚੀਜ਼ ਦੀ ਪ੍ਰਤੀਭੂਤੀਆਂ ਰੱਖ ਕੇ ਆਏਗੀ, ਸਿਕਿਉਰਿਟੀ ਮੌਰਟਗੇਜ ਕਰਕੇ ਆਏਗੀ, ਗਿਰਵੀ ਰੱਖ ਕੇ ਆਏਗੀ, ਕੁਝ ਉਹਨੂੰ ਬਾਅਦ ਚ ਛੁਡਾ ਦੇਗੀ। ਸਰਕਾਰ ਨੂੰ 7% ਦੀ ਦਰ ਦੇ ਉੱਤੇ ਉਹਨਾਂ ਦੇ ਅਗੇਂਸਟ ਕਰਜ਼ਾ ਮਿਲਦਾ ਪ੍ਰਤੀਭੂਤੀਆਂ ਦੇ, ਜਦਕਿ ਜਿਹੜੇ ਆਮ ਜਿਹੜਾ ਕਾਰਪੋਰੇਟ ਹੈ ਉਹਨੂੰ ਆਰਡੀਨਰੀ ਬੈਂਕਸ ਤੋਂ ਵਿੱਚੋਂ ਕਰਜ਼ਾ ਮਿਲਦਾ 6% ਦਾ। ਤਾਂ ਸਰਕਾਰ ਵੀ ਫਾਇਦੇ ਦੇ ਵਿੱਚ, ਕਾਰਪੋਰੇਟ ਵੀ ਫਾਇਦੇ ਦੇ ਵਿੱਚ। ਆਰਬੀਆਈ ਨੇ ਦੋਨਾਂ ਨੂੰ ਰਿਆਇਤ ਦੇ ਦਿੱਤੀ, ਸਰਕਾਰ ਨੂੰ ਵੀ ਔਰ ਕਾਰਪੋਰੇਟ ਸੈਕਟਰ ਨੂੰ ਵੀ। ਹੁਣ ਆਉਂਦਾ ਆਮ ਆਦਮੀ। ਆਮ ਆਦਮੀ 2 ਸਾਲ ਤੋਂ ਮਹਿੰਗਾਈ ਤੋਂ ਇੱਕ ਤਾਂ ਜੂਝ ਰਿਹਾ। ਮਹਿੰਗਾਈ ਇਸ ਵੇਲੇ ਕੰਜ਼ਿਊਮਰ ਇਨਫਲੇਸ਼ਨ ਜਿਹੜੀ ਹੈ 6% ਹੈ, ਔਰ ਜਿਹੜਾ ਸਾਨੂੰ ਬੈਂਕਾਂ ਦੇ ਵਿੱਚੋਂ ਵਿਆਜ ਮਿਲਦਾ ਉਹ ਮਿਲਦਾ 2, 2.5, ਪੌਣੇ 3%। ਪੰਜਾਬ ਨੈਸ਼ਨਲ ਬੈਂਕ ਨੇ ਹੁਣੇ 2% ਤੇ ਕਰਤਾ ਸੇਵਿੰਗਸ ਬੈਂਕ ਜਿਹੜਾ ਹੈ। ਜੇ ਅਸੀਂ ਐਫਡੀ ਦਾ ਵੀ ਰੇਟ ਲਾ ਲਈਏ ਤਾਂ ਫਿਕਸਡ ਡਿਪੋਜ਼ਿਟ ਦੇ ਉੱਤੇ ਜਿਹੜਾ ਅਸੀਂ ਸਾਲ ਦੇ ਲਈ ਪੈਸਾ ਰੱਖਦੇ ਹਾਂ ਉਹਦੇ ਤੇ ਮਿਲਦਾ ਸਾਨੂੰ 5%। ਹੁਣ 5% ਦਾ ਸਾਨੂੰ ਮਿਲਣਾ ਔਰ 6% ਤੇ ਅਸੀਂ ਮਹਿੰਗਾਈ ਦੀ ਦਰ ਦੇ ਨਾਲ ਜੂਝ ਰਹੇ ਹਾਂ, ਤਾਂ ਨੈਟ ਲੋਕ ਜਿਹੜੇ ਨੇ 1% ਦੇ ਨਾਲ ਨੈਟ ਲਾਸ ਦੇ ਉੱਤੇ। ਇਸ ਕਰਕੇ ਇਹ ਜਿਹੜੀ ਰਿਜ਼ਰਵ ਬੈਂਕ ਦੀ ਪਾਲਿਸੀ ਹੈ ਲੋਕਾਂ ਪ੍ਰਤੀ ਤਾਂ ਬਹੁਤੀ ਅੱਛੀ ਨਹੀਂ ਹੈ। ਜਿਨ੍ਹਾਂ ਨੇ ਲੈਣਾ ਸੀਗਾ ਕਰਜ਼ਾ, ਲੋਕਾਂ ਨੇ ਛੋਟੇ-ਮੋਟੇ ਜਿਹੜੇ ਕਰਜ਼ੇ ਲੈਣੇ ਉਹ 2 ਸਾਲ ਚ ਲੈ ਬੈਠੇ ਆ। ਤਾਂ ਇਸ ਕਰਕੇ ਪਾਲਿਸੀ ਜਿਹੜੀ ਹੈ ਰਿਜ਼ਰਵ ਬੈਂਕ ਦੀ, ਇਹ ਜਾਂ ਤਾਂ ਕਾਰਪੋਰੇਟਾਂ ਦੇ ਲਈ ਠੀਕ ਹੈ ਤੇ ਜਾਂ ਇਹ ਸਰਕਾਰ ਦੇ ਲਈ ਠੀਕ ਹੈ। ਆਮ ਲੋਕਾਂ ਦੇ ਲਈ ਇਹ ਪਾਲਿਸੀ ਨੁਕਸਾਨਦੇਹ। ਬੜਾ ਖੂਬਸੂਰਤ ਖੇਲ ਹੈ। ਦੇਖੋ ਸਾਡਾ ਹੀ ਪੈਸਾ, ਪਬਲਿਕ ਦਾ ਪੈਸਾ ਜੋ ਬੈਂਕਾਂ 'ਚ ਪਿਆ ਉਹ ਗਵਰਨਮੈਂਟ ਲੈ ਲੇਗੀ ਕਰਜ਼ੇ ਦੇ ਤੌਰ ਦੇ ਉੱਤੇ ਬੈਂਕਾਂ ਤੋਂ, ਤੇ ਮਹਿੰਗਾਈ ਵਧਾ ਕੇ ਪਬਲਿਕ ਕੋਲੋਂ ਹੀ ਪੈਸੇ ਲੈ ਕੇ ਉਹ ਸਾਰਾ ਵਿਆਜ ਗਵਰਨਮੈਂਟ ਨੂੰ ਜਿਹੜਾ ਬਣੇਗਾ ਉਹ ਸਾਰਾ ਬੈਂਕਾਂ ਨੂੰ ਵਾਪਸ ਕਰ ਦੇਗੀ। ਯਾਨੀ ਕਿ ਪਬਲਿਕ ਦਾ ਹੀ ਪੈਸਾ ਤੇ ਉਹਦਾ ਵਿਆਜ ਵੀ ਪਬਲਿਕ ਹੀ ਦੇਵੇ ਤੇ ਵਿੱਚ ਗਵਰਨਮੈਂਟ ਆਪਣਾ ਖੇਲ ਖੇਲੇ। ਇਹ ਬੜੀ ਜ਼ਬਰਦਸਤ ਗੇਮ ਹੈ। ਸੋ ਇਹਦੇ ਬਾਰੇ ਆਪਾਂ ਐਪੀਸੋਡ ਕਰਾਂਗੇ ਜਿਹਦੇ ਵਿੱਚ ਕਰਜ਼ੇ ਤੇ ਵਿਆਜ ਦੀਆਂ ਦਰਾਂ ਬਾਰੇ ਵੀ ਗੱਲਬਾਤ ਕਰਾਂਗੇ, ਤੇ ਨਾਲੇ ਆਪਾਂ ਜਿਹੜਾ ਪਹਿਲਾਂ ਪੁਆਇੰਟ ਛੇੜਿਆ ਕਿ એનર્ਜੀ ਦੇ ਹੋਰ ਸੋਰਸਿਸ ਲੱਭ ਕੇ ਤੁਸੀਂ ਕਿਵੇਂ ਆਪਣੀ ਇਕਨੋਮੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹੋ। ਸੋ ਇਹਨਾਂ ਉੱਤੇ ਆਪਾਂ ਅਗਲੇ ਐਪੀਸੋਡ ਜ਼ਰੂਰ ਕਰਾਂਗੇ ਰਾਜੀਵ ਜੀ ਤੁਹਾਡੇ ਨਾਲ। ਸੋ ਅੱਜ ਦੇ ਲਈ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੀ ਖੋਜ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਥੈਂਕ ਯੂ ਵੈਰੀ ਮਚ ਸਰ। ਸੋ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।